ਸੋ ਅੱਜ ਅਸੀਂ ਆਪਟਿਕਸ ਰਿਫਲੈਕਸ਼ਨ ਦਾ ਅਗਲਾ ਪਾਰਟ ਕਰਾਂਗੇ ਵੀਡੀਓ ਦਾ। ਪ੍ਰੀਵੀਅਸ ਪਾਰਟ ਜਿਹੜੇ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ, ਤੁਸੀਂ ਨਹੀਂ ਦੇਖੇ ਤਾਂ ਤੁਸੀਂ ਦੇਖ ਸਕਦੇ ਹੋ ਉੱਥੇ ਜਾ ਕੇ। ਸੋ ਅੱਜ ਦੇਖਦੇ ਹਾਂ ਪ੍ਰੀਵੀਅਸ ਈਅਰ ਕੁਐਸਚਨ CBSE ਦੇ ਟਰਾਈ ਕਰਦੇ ਹਾਂ। ਆਪਾਂ ਇੱਕ ਕੁਐਸਚਨ ਟਰਾਈ ਕਰਦੇ ਹਾਂ ਰਿਫਲੈਕਸ਼ਨ ਦਾ, ਜਿਹੜੇ ਬਹੁਤ ਇੰਪੋਰਟੈਂਟ ਟੌਪਿਕ ਹੈ ਇਹ। 1 ਨੰਬਰ 2 ਨੰਬਰ ਜਾਂ ਕਈ ਵੇਲੇ 3 ਨੰਬਰ ਦੇ ਵਿੱਚ ਵੀ ਇਹ ਕੁਐਸਚਨ ਆਉਂਦੇ ਆ ਇਹਨਾਂ ਵਿੱਚੋਂ। ਠੀਕ ਹੈ, ਮੈਂ ਪ੍ਰੀਵੀਅਸ ਈਅਰ ਦਾ ਹੀ ਕੁਐਸਚਨ ਇੱਕ ਚੱਕਿਆ ਹੋਇਆ ਆ। ਸੋ ਇਹ ਦੇਖੋ ਸਟੇਟਮੈਂਟ ਹੈ ਇਹਦੀ। ਬਟ ਇਹ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਨੂਮੈਰੀਕਲ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਜ਼ਰੂਰੀ ਹੁੰਦਾ ਆ ਕਿ ਅਸੀਂ ਡਾਇਗਰਾਮ ਕਿਵੇਂ ਬਣਾਉਣੀ ਹੈ ਇਹਦੀ। ਠੀਕ ਹੈ, ਆਪਟਿਕਸ ਦੇ ਵਿੱਚ ਸਾਨੂੰ ਡਾਇਗਰਾਮ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਤਾਂ ਫਿਰ ਸਾਨੂੰ ਇਮੇਜ ਦਾ ਨੇਚਰ ਜਿਹੜਾ ਹੈ ਉਹ ਪਤਾ ਲੱਗਦਾ ਕਿ ਇਮੇਜ ਕਿਸ ਨੇਚਰ ਦੀ ਬਣ ਰਹੀ ਆ। ਠੀਕ ਹੈ, ਸੋ ਪਹਿਲਾਂ ਦੇਖਦੇ ਹਾਂ, ਇਹ ਇੱਕ ਕਨਕੇਵ ਮਿਰਰ ਲਿਆ ਹੋਇਆ ਆ। ਇਹਦੇ ਵਿੱਚ ਦੇਖਦੇ ਹਾਂ ਕਿ ਆਬਜੈਕਟ ਦੀ ਵੇਰੀਏਸ਼ਨ ਦੇ ਨਾਲ ਜਿਹੜੀ ਉਹਦੀ ਇਮੇਜ ਬਣ ਰਹੀ ਆ ਉਹਦੇ ਵਿੱਚ ਉਹ ਕਿਸ ਤਰੀਕੇ ਨਾਲ ਵੇਰੀ ਕਰਦੀ ਆ। ਉਹਦਾ ਸਾਈਜ਼ ਦੇਖਾਂਗੇ ਐਂਡ ਨੇਚਰ ਦੇਖਾਂਗੇ ਉਹ ਇਮੇਜ ਦਾ ਕਿ ਕਿਸ ਤਰੀਕੇ ਦਾ ਨੇਚਰ ਬਣਦਾ ਹਰੇਕ ਪੋਜੀਸ਼ਨ ਦੇ ਅਕੋਰਡਿੰਗਲੀ। ਸੋ ਫਰਸਟ ਦੇਖਦੇ ਹਾਂ, ਉੱਪਰਲੇ ਪਾਸੇ ਆਬਜੈਕਟ ਆ ਸਾਡਾ ਤੇ ਨੀਚੇ ਵਾਲੇ ਪਾਸੇ ਇਮੇਜ ਬਣਨੀ, ਇਮੇਜ ਫਾਰਮੇਸ਼ਨ ਹੋਣੀ। ਠੀਕ ਹੈ, ਸੋ ਕਨਕੇਵ ਮਿਰਰ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪਤਾ ਕਿ ਇਹਨੂੰ ਪੋਲ ਕਹਿੰਦੇ ਆ, ਜਿੱਥੋਂ ਸਾਡੀ ਪ੍ਰਿੰਸੀਪਲ ਐਕਸਸ ਰੇਡੀਅਸ ਦੇ ਵਿੱਚੋਂ ਪਾਸ ਹੁੰਦੀ ਹੋਈ, ਰੇਡੀਅਸ ਫੋਕਸ ਦੇ ਵਿੱਚੋਂ ਪਾਸ ਹੁੰਦੀ ਹੋਈ ਪੋਲ ਦੇ ਵਿੱਚੋਂ ਕ੍ਰੋਸ ਕਰਦੀ ਹੈ। ਠੀਕ ਹੈ, ਇਹ ਸਾਰਾ ਹੁੰਦਾ ਇਫੈਕਟਿਵ ਰਿਫਲੈਕਟਿੰਗ ਸਰਫੇਸ ਆਫ ਅ ਮਿਰਰ। ਪੋਲ ਹੁੰਦਾ ਆ, ਅਸੀਂ ਸਾਰੇ ਦੇ ਜਿਹੜੇ ਡਿਸਟੈਂਸ ਆ ਮੈਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਦੱਸਿਆ ਸੀ ਕਿ ਅਸੀਂ ਪੋਲ ਤੋਂ ਹੀ ਮੈਜਰ ਕਰਨੇ ਸਟਾਰਟ ਕਰਨੇ ਆ। ਠੀਕ ਹੈ, ਸੋ ਪਹਿਲਾਂ ਦੇਖਦੇ ਹਾਂ ਕਿ ਅਗਰ ਸਾਡਾ ਆਬਜੈਕਟ ਜਿਹੜਾ ਆ ਉਹ ਇਨਫਿਨਾਈਟ ਦੇ ਉੱਤੇ ਪਿਆ ਹੋਵੇ, ਅਨੰਤ ਦੂਰੀ ਦੇ ਉੱਤੇ ਪਿਆ, ਇਨਫਿਨਾਈਟ ਦੇ ਉੱਤੇ ਪਿਆ, ਇਹ ਹੈਗਾ ਸਾਡਾ ਫਰਸਟ ਕੇਸ। ਨੰਬਰ 1 ਬਾਰ ਲਿਖ ਦਿੰਦਾ ਇੱਥੇ ਮੈਂ। ਜਦੋਂ ਸਾਡਾ ਆਬਜੈਕਟ ਦੇਖੋ ਇਨਫਿਨਾਈਟ ਦੇ ਉੱਤੇ ਪਿਆ ਪੋਜੀਸ਼ਨ ਦੇ ਉੱਤੇ, ਤਾਂ ਸਾਡੀ ਇਮੇਜ ਜਿਹੜੀ ਫਾਰਮੇਸ਼ਨ ਹੋਣੀ ਆ ਉਹ ਹੋਣੀ ਆ ਫੋਕਸ ਦੇ ਉੱਤੇ। ਠੀਕ ਹੈ ਜੀ, ਸੋ ਇਹ ਹੈਗਾ ਫੋਕਸ, ਇਹ ਰੇਡੀਅਸ ਆ। ਸਾਨੂੰ ਪਤਾ ਕਿ ਰੇਡੀਅਸ ਦਾ ਹਾਫ ਹੁੰਦਾ ਫੋਕਸ। ਸੋ BC ਦਾ ਮਤਲਬ ਹੈਗਾ ਬਿਯੋਂਡ ਸੈਂਟਰ। ਠੀਕ ਹੈ, ਬਿਯੋਂਡ ਸੈਂਟਰ ਯਾਨੀ ਕਿ ਰੇਡੀਅਸ, ਹੁਣ ਇੱਥੇ ਸੈਂਟਰ ਹੁੰਦਾ ਨਾ ਰੇਡੀਅਸ ਦੇ ਉੱਤੇ, ਰੇਡੀਅਸ ਤੋਂ ਜਿਹੜਾ ਦੂਰ ਵਾਲਾ ਪਾਸਾ ਹੈ ਨਾ ਉਹ ਸਾਰਾ ਦਾ ਸਾਰਾ ਬਿਯੋਂਡ ਸੈਂਟਰ ਦੇ ਵਿੱਚ ਹੀ ਕੈਲਕੂਲੇਟ ਹੁੰਦਾ। ਬਿਯੋਂਡ ਸੈਂਟਰ ਇੱਕ ਫਾਈਨਾਈਟ ਦੂਰੀ ਹੁੰਦੀ ਆ, ਬਟ ਬਿਯੋਂਡ ਸੈਂਟਰ ਤੋਂ ਅੱਗੇ ਜਿਹੜੀ ਦੂਰੀ ਅਸੀਂ ਕੈਲਕੂਲੇਟ ਕਰ ਹੀ ਨਹੀਂ ਸਕਦੇ ਉਸ ਚੀਜ਼ ਨੂੰ ਅਸੀਂ ਕਹਿ ਦਿੰਦੇ ਇਨਫਿਨਾਈਟ। ਹੁਣ ਦੇਖੋ ਇਨਫਿਨਾਈਟ ਦੇ ਉੱਤੇ ਜਿਹੜੀ ਆਬਜੈਕਟ ਆ ਨਾ, ਜਿਵੇਂ ਕਿ ਸਾਡੇ ਸਟਾਰਸ ਆ ਜਾਂ ਹੈਵਨਲੀ ਬੋਡੀਜ਼ ਆ ਨਾ, ਉਹ ਸਾਰੇ ਇਨਫਿਨਾਈਟ ਦੇ ਉੱਤੇ ਪਏ ਹੁੰਦੇ। ਸੂਰਜ ਵਗੈਰਾ ਵੀ ਅਸੀਂ ਇਨਫਿਨਾਈਟ ਦੇ ਉੱਤੇ ਹੀ ਮੰਨਦੇ ਆ, ਕਿਉਂਕਿ ਉਹਦੀ ਫਿਰ ਕੈਲਕੂਲੇਸ਼ਨ ਨਹੀਂ ਹੁੰਦੀ ਹੈਗੀ ਕਿ ਇਮੇਜ ਕਿੱਥੇ ਬਣ ਰਹੀ ਆ। ਸੋ ਇਹਦੇ ਵਿੱਚ ਦੇਖ ਲਓ, ਜਦੋਂ ਆਬਜੈਕਟ ਇਨਫਿਨਾਈਟ ਦੇ ਉੱਤੇ ਪਿਆ ਤਾਂ ਸਾਡੀ ਜਿਹੜੀ ਆ ਇਮੇਜ ਫਾਰਮੇਸ਼ਨ ਹੋਣੀ ਆ ਉਹ ਪੁਆਇੰਟ ਸਾਈਜ਼ ਦੀ 1 ਨੰਬਰ ਫੋਕਸ ਦੇ ਉੱਤੇ ਹੋਣੀ ਆ। ਠੀਕ ਹੈ, ਇਹ ਬਹੁਤ ਇੰਨੀ ਛੋਟੀ ਇਮੇਜ ਹੁੰਦੀ ਕਿ ਇਹਨੂੰ ਅਸੀਂ ਡਿਫਾਈਨ ਨਹੀਂ ਕਰ ਸਕਦੇ, ਇਹ ਬਹੁਤ ਡਿਮਿਨਿਸ਼ਡ ਹੁੰਦੀ ਹੈ ਇਮੇਜ। ਠੀਕ ਹੈ, ਸੋ ਉਹਦੇ ਬਾਰੇ ਮੈਂ ਬਾਕੀ ਡਿਟੇਲ 'ਚ ਦੱਸ ਦਿੰਦਾ ਕਿਵੇਂ ਦਾ ਸਾਈਜ਼ ਹੁੰਦਾ, ਕਿਸ ਤਰੀਕੇ ਦੀ ਹੁੰਦੀ ਨੇਚਰ ਇਹਦੀ। ਠੀਕ ਹੈ, ਹੁਣ ਦੂਜਾ ਕੇਸ ਦੇਖਦੇ ਹਾਂ। ਸੈਕਿੰਡ ਕੇਸ ਦੇ ਵਿੱਚ ਜਦੋਂ ਸਾਡਾ ਆਬਜੈਕਟ ਰੇਡੀਅਸ ਤੋਂ ਦੂਰ ਪਿਆ ਹੋਵੇ, ਜਾਣੀ ਕਿ ਬਿਯੋਂਡ ਸੈਂਟਰ ਆਪਾਂ ਇਹਨੂੰ ਕਹਿ ਦਿੰਦੇ ਹਾਂ। ਹੁਣ ਦੇਖੋ ਇਸ ਜਗ੍ਹਾ ਦੇ ਉੱਤੇ ਸਾਡਾ ਆਬਜੈਕਟ ਆ ਗਿਆ, ਇਹ ਨੰਬਰ 2 ਕੇਸ ਆ ਜਾਂਦਾ। ਠੀਕ ਹੈ, ਜਦੋਂ ਸਾਡਾ BC ਦੇ ਉੱਤੇ ਜਾਣੀ ਕਿ ਬਿਯੋਂਡ ਸੈਂਟਰ ਦੇ ਉੱਤੇ, ਬਿਯੋਂਡ ਸੈਂਟਰ ਜ਼ਰੂਰੀ ਨਹੀਂ ਇਹੀ ਪੁਆਇੰਟ ਹੈ, ਇੱਥੋਂ ਕਿਤੇ ਵੀ ਹੋ ਸਕਦਾ ਹੈ। ਇਨਫਿਨਾਈਟ ਤੋਂ ਰੇਡੀਅਸ ਦੇ ਵਿੱਚ ਹੁਣ ਕਿਤੇ ਵੀ ਰੇਡੀਅਸ ਤੋਂ ਪਰੇ ਹੋ ਸਕਦਾ, ਇਹਨੂੰ ਬਿਯੋਂਡ ਸੈਂਟਰ ਅਸੀਂ ਕਹਿ ਦਿੰਦੇ। ਜਦੋਂ ਸਾਡਾ ਦੂਜੇ ਨੰਬਰ ਦੇ ਉੱਤੇ ਸਾਡਾ ਆਬਜੈਕਟ ਪਿਆ ਆ, ਤਾਂ ਸਾਡੀ ਜਿਹੜੀ ਆ ਇਮੇਜ ਫਾਰਮੇਸ਼ਨ ਆ ਉਹ ਰੇਡੀਅਸ ਐਂਡ ਫੋਕਸ ਦੇ ਵਿਚਕਾਰ ਹੋਣੀ, ਕਿਤੇ ਵੀ ਹੋ ਸਕਦੀ ਹੈ। ਠੀਕ ਹੈ, ਇਹਨਾਂ 2 ਪੁਆਇੰਟਸ ਦੇ ਵਿੱਚ ਹੋ ਸਕਦੀ ਹੈ, ਕਿਸੇ ਵੀ ਜਗ੍ਹਾ ਦੇ ਉੱਤੇ ਹੋ ਸਕਦੀ ਹੈ। ਇਹ ਨੰਬਰ 2 ਕੇਸ ਆ ਜਾਂਦਾ। ਤੁਹਾਨੂੰ ਬੁੱਕ ਦੇ ਵਿੱਚ ਬਹੁਤ ਕੰਪਲੈਕਸ ਜਿਹਾ ਤਰੀਕੇ ਦੇ ਨਾਲ ਸਮਝਾਇਆ ਹੋਇਆ, ਉੱਥੇ ਉਹਨਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਕੀਤੀਆਂ ਹੋਈਆਂ, ਮੈਂ ਸਾਰੀਆਂ ਇਕੱਠੀਆਂ ਕਰ ਦਿੱਤੀਆਂ ਡਾਇਗਰਾਮਸ ਇੱਥੇ। ਠੀਕ ਹੈ, ਬਹੁਤ ਇੰਡੀਜੀਨੀਅਸਲੀ ਮੇਰਾ ਖੁਦ ਦਾ ਤਰੀਕਾ ਡਿਵੈਲਪ ਕੀਤਾ ਹੋਇਆ ਤੇ ਤੁਸੀਂ ਇਹਦੇ ਉੱਤੇ ਬਹੁਤ ਸੌਖੇ ਤਰੀਕੇ ਨਾਲ ਸਿੱਖ ਸਕਦੇ ਆ। ਹੁਣ ਦੇਖੋ ਜਿਵੇਂ ਦੇ ਉੱਪਰ ਆਬਜੈਕਟ ਦੇ ਕੇਸ ਆ ਉਹੀ ਮੈਂ ਇਮੇਜ ਦਾ ਨੀਚੇ ਕੇਸ ਪਾਈ ਜਾਂਦਾ। ਹੁਣ ਦੇਖੋ ਨੰਬਰ 3 ਦੇ ਉੱਤੇ ਸਾਡੀ ਜਦੋਂ ਇਮੇਜ ਫਾਰਮੇਸ਼ਨ, ਜਦੋਂ ਸਾਡਾ ਆਬਜੈਕਟ ਹੁਣ ਰੇਡੀਅਸ ਦੇ ਉੱਤੇ ਆ ਗਿਆ ਹੈ, ਹੁਣ ਸਾਡਾ ਆਬਜੈਕਟ ਆ ਗਿਆ ਰੇਡੀਅਸ ਦੇ ਉੱਤੇ, ਫਿਰ ਇਹ ਨੰਬਰ 3 ਕੇਸ ਆਪਾਂ ਇਹਨੂੰ ਕੰਸੀਡਰ ਕਰ ਲੈਂਦੇ ਆ। ਜਦੋਂ ਸਾਡਾ ਆਬਜੈਕਟ ਰੇਡੀਅਸ ਦੇ ਉੱਤੇ ਪਿਆ ਆ ਤਾਂ ਸਾਡੀ ਜਿਹੜੀ ਇਮੇਜ ਫਾਰਮੇਸ਼ਨ ਹੋਣੀ ਆ ਉਹ ਵੀ ਰੇਡੀਅਸ ਦੇ ਉੱਤੇ ਹੀ ਹੋਣੀ ਆ। ਇਹ ਨੰਬਰ 3 ਕੇਸ ਹੈ, ਰੇਡੀਅਸ ਦੇ ਉੱਤੇ ਜਾਣੀ ਕਿ ਸੈਂਟਰ ਦੇ ਉੱਤੇ ਆਬਜੈਕਟ ਪਿਆ। ਆਬਜੈਕਟ ਸੈਂਟਰ ਤੇ ਆ ਤਾਂ ਇਮੇਜ ਵੀ ਸੈਂਟਰ ਦੇ ਉੱਤੇ ਹੀ ਬਣਨੀ ਹੈ। ਠੀਕ ਹੈ, ਹੁਣ ਦੇਖੋ ਆਬਜੈਕਟ ਜਿਹੜਾ ਇਨਫਿਨਿਟੀ ਤੋਂ ਕੋਲ ਨੂੰ ਮੂਵ ਹੋਈ ਜਾਂਦਾ, ਸ਼ੀਸ਼ੇ ਦੇ ਜਿਹੜਾ ਮਿਰਰ ਆ ਉਹਦੇ ਅਲੋਂਗ ਮੂਵ ਹੋਈ ਜਾਂਦਾ। ਠੀਕ ਹੈ, ਹੁਣ ਨੈਕਸਟ ਦੇਖ ਲਓ। ਨੈਕਸਟ ਕੇਸ ਸਾਡਾ ਆ ਕਿ ਜਦੋਂ ਸਾਡਾ ਆਬਜੈਕਟ ਰੇਡੀਅਸ ਐਂਡ ਫੋਕਸ ਦੇ ਵਿਚਕਾਰ ਕਿਸੇ ਵੀ ਜਗ੍ਹਾ ਦੇ ਉੱਤੇ ਪਿਆ ਆ। ਠੀਕ ਹੈ, ਇੱਥੇ ਆਪਾਂ ਮੰਨ ਲੈਂਦੇ ਆ ਕਿ ਇਸ ਜਗ੍ਹਾ ਦੇ ਉੱਤੇ ਪਿਆ ਆ, ਨੰਬਰ 4 ਕੇਸ ਆ। ਠੀਕ ਹੈ, ਆਬਜੈਕਟ ਹੁਣ ਜਿਹੜਾ ਆਬਜੈਕਟ ਦੇਖੋ ਹਾਈਟ ਸੇਮ ਹੀ ਆ ਤੇ ਇਹ ਸ਼ੀਸ਼ੇ ਦੇ ਮਿਰਰ ਦੇ ਕੋਲ ਨੂੰ ਮੂਵ ਹੋਈ ਜਾਂਦਾ, ਉਹਦੇ ਮਿਰਰ ਦੇ ਅਲੋਂਗ ਮੂਵ ਹੋ ਰਿਹਾ ਹੈ। ਹੁਣ 4 ਨੰਬਰ ਕੇਸ ਦੇ ਵਿੱਚ ਇੱਥੇ ਰੇਡੀਅਸ
ਐਂਡ ਫੋਕਸ, ਸੈਂਟਰ ਐਂਡ ਫੋਕਸ ਦੇ ਵਿਚਕਾਰ ਆਬਜੈਕਟ ਪਿਆ ਹੈ ਤਾਂ ਸਾਡੀ ਜਿਹੜੀ ਇਮੇਜ ਫਾਰਮੇਸ਼ਨ ਹੋ ਰਹੀ ਆ ਉਹ ਹੋ ਰਹੀ ਆ ਬਿਯੋਂਡ ਸੈਂਟਰ ਦੇ ਉੱਤੇ। ਨੰਬਰ 4 ਕੇਸ ਆ 1 2 3 ਇਸ ਤਰੀਕੇ ਨਾਲ ਕੈਲਕੂਲੇਟ ਹੋਈ ਜਾਂਦਾ ਹੈ। ਠੀਕ ਹੈ ਜੀ। ਹੁਣ ਜਿਹੜਾ ਨੈਕਸਟ ਕੇਸ ਸਾਡਾ ਆਉਂਦਾ ਹੈ, ਨੈਕਸਟ ਕੇਸ ਦੇ ਵਿੱਚ ਆਬਜੈਕਟ ਥੋੜਾ ਹੋਰ ਅੱਗੇ ਨੂੰ ਮੂਵ ਹੋ ਗਿਆ, ਆਬਜੈਕਟ ਸਾਡਾ ਚਲੇ ਗਿਆ ਆ ਫੋਕਸ ਦੇ ਉੱਤੇ। ਇਹ ਨੰਬਰ 5 ਕੇਸ ਆ ਜਾਂਦਾ ਹੈ। ਜਦੋਂ ਸਾਡਾ ਆਬਜੈਕਟ ਫੋਕਸ ਦੇ ਉੱਤੇ ਚਲੇ ਗਿਆ ਆ ਤਾਂ ਫਿਰ ਸਾਡੀ ਜਿਹੜੀ ਇਮੇਜ ਫਾਰਮੇਸ਼ਨ ਹੋਣੀ ਆ, ਹੁਣ ਦੇਖੋ ਫੋਕਸ ਦੇ ਉੱਤੇ ਚਲੇ ਗਿਆ ਤਾਂ ਸਾਡੀ ਇਮੇਜ ਫਾਰਮੇਸ਼ਨ ਜਿਹੜੀ ਹੋਈ ਆ ਉਹ ਹੋਈ ਆ ਇਨਫਿਨਾਈਟ ਦੇ ਉੱਤੇ। ਨੰਬਰ 5। ਠੀਕ ਹੈ ਜੀ। ਇਸ ਤਰੀਕੇ ਨਾਲ ਸਾਡੀਆਂ ਇੱਥੇ ਹੁਣ ਲਾਈਨ ਮੇ ਤਾਂ ਥੋੜੀ ਜਿਹੀ ਗਲਤ ਬਣ ਗਈ ਆ, ਬਟ ਤੁਸੀਂ ਇਹ ਸਮਝ ਲਿਓ ਕਿ ਹੁਣ ਦੇਖੋ ਜਿਵੇਂ ਜਿਵੇਂ ਸਾਡਾ ਆਬਜੈਕਟ ਜਿਹੜਾ ਕਲੋਜ਼ਲੀ ਮੂਵ ਹੋ ਰਿਹਾ ਹੈ ਤਾਂ ਸਾਡੀ ਇਮੇਜ ਜਿਹੜੀ ਆ ਦੂਰ ਜਾ ਰਹੀ ਹੈ। ਠੀਕ ਹੈ। ਤੇ ਹੁਣ ਦੇਖੋ ਇੱਕ ਸਾਡਾ ਸਪੈਸ਼ਲ ਇੱਕ ਕੇਸ ਆਉਂਦਾ ਹੈ। ਸਪੈਸ਼ਲ ਕੇਸ ਦੇ ਵਿੱਚ ਅਸੀਂ ਕੀ ਦੇਖਣਾ ਆ ਕਿ ਜਦੋਂ ਸਾਡਾ ਆਬਜੈਕਟ ਫੋਕਸ ਐਂਡ ਪੋਲ ਇਹਦੇ ਵਿੱਚ ਕਿਤੇ ਵੀ ਪਿਆ ਹੋਵੇ, ਫੋਕਸ ਐਂਡ ਪੋਲ ਦੇ ਵਿਚਕਾਰ ਪਿਆ ਹੋਵੇ। ਹੁਣ ਦੇਖੋ ਆਬਜੈਕਟ ਦੀ ਹਾਈਟ ਨਹੀਂ ਚੇਂਜ ਹੋ ਰਹੀ, ਆਬਜੈਕਟ ਸੇਮ ਹੀ ਆ। ਠੀਕ ਹੈ। ਤਾਂ ਇਹ ਨੰਬਰ 6 ਕੇਸ ਆਪਾਂ ਇਹਨੂੰ ਮੰਨਦੇ ਹਾਂ, ਇਹਨੂੰ 6 ਨੰਬਰ ਕੇਸ ਮੰਨ ਲਓ। ਜਦੋਂ ਸਾਡਾ ਆਬਜੈਕਟ ਆ ਜਿਹੜਾ ਫੋਕਸ ਐਂਡ ਪੋਲ ਦੇ ਵਿਚਕਾਰ ਪਿਆ ਹੈ, ਹੁਣ ਸਾਡੀ ਇਮੇਜ ਕਿੱਥੇ ਬਣਨੀ ਹੈ? ਸਪੈਸ਼ਲ ਕੇਸ ਆ। ਹੁਣ ਸਾਡੀ ਇਮੇਜ ਬਣਨੀ ਹੈਗੀ ਆ ਮਿਰਰ ਦੇ ਦੂਜੇ ਪਾਸੇ, ਇਹ ਨੀਚੇ ਵਾਲੇ ਪਾਸੇ ਨਹੀਂ ਬਣਨੀ ਹੈਗੀ, ਇੱਧਰਲੇ ਪਾਸੇ ਬਣ ਜਾਣੀ ਇਮੇਜ। ਇਹ ਸਭ ਤੋਂ ਜ਼ਿਆਦਾ ਸਪੈਸ਼ਲ ਕੇਸ ਸਾਡਾ ਬਣਦਾ ਹੈ। ਹੁਣ ਦੇਖੋ ਸਾਰੀਆਂ ਚੀਜ਼ਾਂ ਦੇਖ ਲੈਂਦੇ ਇੱਕ ਵਾਰੀ ਦੁਬਾਰਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਸਾਡਾ ਆਬਜੈਕਟ ਇਨਫਿਨਾਈਟ ਦੇ ਉੱਤੇ ਸੀਗਾ ਤਾਂ ਪੁਆਇੰਟ ਸਾਈਜ਼ ਦੀ ਫੋਟੋ ਨੰਬਰ 1 ਦੇ ਉੱਤੇ ਬਣਦੀ ਸੀਗੀ। ਠੀਕ ਹੈ। ਫੋਕਸ ਦੇ ਉੱਤੇ ਬਣਦੀ ਸੀ। ਆਬਜੈਕਟ ਬਿਯੋਂਡ ਸੈਂਟਰ ਦੇ ਉੱਤੇ ਆ ਤਾਂ ਸਾਡੀ ਜਿਹੜੀ ਆ ਇਮੇਜ ਫਾਰਮੇਸ਼ਨ ਹੋਈ ਆ ਉਹ ਸੈਂਟਰ ਐਂਡ ਫੋਕਸ ਦੇ ਵਿਚਕਾਰ ਹੋਈ ਆ। ਸੈਂਟਰ ਦੇ ਉੱਤੇ ਆਬਜੈਕਟ ਆ ਤਾਂ ਇਮੇਜ ਵੀ ਸੈਂਟਰ ਦੇ ਉੱਤੇ ਹੀ ਬਣਨੀ ਆ। ਆਬਜੈਕਟ ਜਿਹੜਾ ਸਾਡਾ ਚਲੇ ਗਿਆ ਹੁਣ ਸੈਂਟਰ ਐਂਡ ਫੋਕਸ ਦੇ ਵਿਚਕਾਰ ਤਾਂ ਜਿਹੜੀ ਸਾਡੀ ਇਮੇਜ ਫਾਰਮੇਸ਼ਨ ਹੋਈ ਆ ਉਹ ਬਿਯੋਂਡ ਸੈਂਟਰ ਦੇ ਉੱਤੇ ਹੋਈ ਆ। ਫੋਕਸ ਦੇ ਉੱਤੇ ਆਬਜੈਕਟ ਪਿਆ ਤਾਂ ਇਨਫਿਨਿਟੀ ਦੇ ਉੱਤੇ ਇਮੇਜ। ਜਦੋਂ ਪੋਲ ਐਂਡ ਫੋਕਸ ਦੇ ਵਿਚਕਾਰ ਆਬਜੈਕਟ ਪਿਆ ਹੋਵੇ ਨਾ ਤਾਂ ਸਾਡੀ ਇਮੇਜ ਜਿਹੜੀ ਆ ਉਹ ਦੂਜੇ ਪਾਸੇ ਬਣਦੀ ਹੈ ਮਿਰਰ ਦੇ। ਠੀਕ ਹੈ। ਇਹ ਇੱਕੋ ਹੀ ਕੇਸ ਹੈ ਜਿੱਥੇ ਸਾਡੀ ਇਮੇਜ ਵਰਚੁਅਲ ਬਣਦੀ ਆ ਕਨਕੇਵ ਦੇ ਕੇਸ ਦੇ ਵਿੱਚ, ਨਹੀਂ ਤਾਂ ਸਾਰੀਆਂ ਇਮੇਜਸ ਰੀਅਲ ਹੀ ਬਣਦੀਆਂ ਸੀਗੀਆਂ। ਸੋ ਹੁਣ ਦੇਖਦੇ ਹਾਂ ਇਮੇਜ ਫਾਰਮੇਸ਼ਨ ਦਾ ਦੇਖਦੇ ਹਾਂ ਇੱਥੇ। ਠੀਕ ਹੈ। ਇਮੇਜ ਦੀ ਪ੍ਰੋਪਰਟੀਜ਼ ਦੇਖ ਲੈਂਦੇ ਹਾਂ। ਹੁਣ ਸਾਰੀਆਂ ਇਹ ਇਮੇਜ ਦੇ ਨਾਲ ਰਿਲੇਟਡ ਹੈ। ਹੁਣ ਨੰਬਰ ਆਫ ਕੇਸ 1 2 3 4 5 ਤੇ 6 ਮੈਂ ਇਸ ਤਰੀਕੇ ਨਾਲ ਹੀ ਸੀਰੀਜ਼ ਵਾਈਜ਼ ਲਿਖ ਦਿੰਦਾ। ਹੁਣ ਇੱਕ ਨੰਬਰ ਦੇ ਉੱਤੇ ਦੇਖ ਲਓ, ਜਦੋਂ ਸਾਡੀ ਇਮੇਜ ਦੀਆਂ ਪ੍ਰੋਪਰਟੀਜ਼ ਹੈ ਸਾਈਜ਼ ਕੀ ਹੈ ਇੱਥੇ? ਪੁਆਇੰਟ ਸਾਈਜ਼। ਪੁਆਇੰਟ ਸਾਈਜ਼ ਜਾਂ ਆਪਾਂ ਬਹੁਤ ਜ਼ਿਆਦਾ ਸਮਾਲ ਸਾਈਜ਼ ਆਪਾਂ ਇਹਨੂੰ ਕਹਿ ਸਕਦੇ ਹਾਂ। ਇਹਨੂੰ ਆਪਾਂ ਕਾਊਂਟ ਨਹੀਂ ਕਰ ਸਕਦੇ, ਇਹਨੂੰ ਆਪਾਂ ਕੈਲਕੂਲੇਟ ਨਹੀਂ ਕਰ ਸਕਦੇ ਕਿੰਨੀ ਹਾਈਟ ਦੀ ਹੈ ਇਹਦੀ। ਇਹਨੂੰ ਜਾਂ ਤਾਂ ਤੁਸੀਂ 0 ਮੰਨ ਲਓ ਜਾਂ ਇਨਫਿਨਾਈਟ ਮੰਨ ਲਓ, ਕਿਉਂਕਿ ਕੈਲਕੂਲੇਟ ਹੋ ਹੀ ਨਹੀਂ ਸਕਦੀ ਇਹ। ਠੀਕ ਹੈ। ਤਾਂ ਇਹਦੀ ਹੁਣ ਨੇਚਰ ਕੀ ਆ? ਨੇਚਰ ਹੈਗੀ ਇਹਦੀ ਰੀਅਲ ਐਂਡ ਇਨਵਰਟਡ। ਰੀਅਲ ਐਂਡ ਇਨਵਰਟਡ ਫੋਟੋ ਬਣਦੀ ਹੈ। ਇਨਵਰਟਡ ਦਾ ਮਤਲਬ ਹੁੰਦਾ ਪੁੱਠਾ। ਠੀਕ ਹੈ। ਸੋ ਨੰਬਰ 2 ਦੇਖ ਲਓ, 2 ਨੰਬਰ ਕੇਸ ਇਹ ਆ ਗਿਆ ਸਾਡੇ ਕੋਲ। ਠੀਕ ਹੈ। ਸੋ ਹੁਣ ਇਹਦਾ ਆਬਜੈਕਟ ਕਿੱਥੇ ਪਿਆ ਸੀ? ਬਿਯੋਂਡ ਸੈਂਟਰ ਦੇ ਉੱਤੇ ਪਿਆ ਸੀਗਾ। ਫੋਟੋ ਕਿੱਥੇ ਬਣਦੀ ਆ? ਸੈਂਟਰ ਐਂਡ ਫੋਕਸ ਦੇ ਵਿਚਕਾਰ। ਤੇ ਇਹ ਕੀ ਆ? ਸਮਾਲ ਸਾਈਜ਼। ਸਮਾਲ ਸਾਈਜ਼ ਜਾਂ ਡਿਮਿਨਿਸ਼ਡ ਇਹਨੂੰ ਕਹਿ ਦਿੰਦੇ ਆ, ਡਿਮਿਨਿਸ਼ਡ ਕਹਿ ਦਿੰਦੇ। ਤੇ ਇਹਦੀ ਜਿਹੜੀ ਨੇਚਰ ਹੈ ਉਹ ਕੀ ਆ? ਰੀਅਲ ਐਂਡ ਇਨਵਰਟਡ। ਇਨਵਰਟਡ ਦਾ ਮਤਲਬ ਹੈਗਾ ਪੁੱਠਾ। ਠੀਕ ਹੈ। ਅਪਸਾਈਡ ਡਾਊਨ। ਹੁਣ ਨੰਬਰ 3 ਦੇਖ ਲੈਂਦੇ। 3 ਕੇਸ ਦੇ ਵਿੱਚ ਕੀ ਆ? ਹੁਣ ਦੇਖੋ ਇਹ ਕੀ ਆ? ਸੇਮ ਸਾਈਜ਼। ਜਿੰਨਾ ਸਾਈਜ਼ ਆਬਜੈਕਟ ਦਾ ਉਨਾ ਹੀ ਇਮੇਜ ਦਾ। ਸੇਮ ਸਾਈਜ਼ ਦੀ ਆਬਜੈਕਟ ਆ, ਰੀਅਲ ਐਂਡ ਇਨਵਰਟਡ। ਠੀਕ ਹੈ। ਇਹ ਸੇਮ ਹੀ ਆ ਜਾਣਾ ਇੱਥੇ। ਤੇ ਹੁਣ 4 ਕੇਸ ਦੇ ਵਿੱਚ, 4 ਨੰਬਰ ਕੇਸ ਦੇ ਵਿੱਚ ਕੀ ਆ? ਲਾਰਜ ਸਾਈਜ਼ ਦੀ ਫੋਟੋ ਆ। ਲਾਰਜ ਸਾਈਜ਼ ਦੀ ਫੋਟੋ ਆ। ਆਬਜੈਕਟ ਹੁਣ ਦੇਖੋ ਕੀ ਸੀ? ਛੋਟਾ ਸੀਗਾ। ਆਬਜੈਕਟ ਦੀ ਹਾਈਟ ਤਾਂ ਸੇਮ ਹੀ ਰਹੀ ਆ ਹਰੇਕ ਪਾਸੇ, ਬਟ ਫੋਟੋ ਜਿਹੜੀ ਆ ਉਹਦੀ ਇਮੇਜ ਦੀ ਹਾਈਟ ਜਿਹੜੀ ਆ ਉਹ ਇਨਕਰੀਜ਼ ਹੋ ਰਹੀ ਆ ਹੁਣ ਜਿੱਦਾਂ ਜਿੱਦਾਂ ਕੇਸ ਆਪਣੇ ਇਨਕਰੀਜ਼ ਹੋਈ ਜਾ ਰਿਹਾ। ਲਾਰਜ ਸਾਈਜ਼ ਆ, ਰੀਅਲ ਨੇਚਰ ਕੀ ਆ? ਰੀਅਲ ਐਂਡ ਇਨਵਰਟਡ। ਠੀਕ ਹੈ। ਰੀਅਲ ਤੇ ਇਨਵਰਟਡ ਦੀ ਫੋਟੋ ਬਣਦੀ ਹੈ ਸਾਡੀ। ਹੁਣ 5 ਨੰਬਰ ਕੇਸ ਦੇ ਵਿੱਚ ਆ, 5 ਨੰਬਰ ਕੇਸ ਆ। ਇਹ ਕੀ ਆ? ਸਾਡਾ ਬਹੁਤ ਜ਼ਿਆਦਾ ਹੀ ਲਾਰਜ ਆ। ਐਕਸਟਰਾ ਲਾਰਜ ਸਾਈਜ਼ ਦੀ ਜਿਹੜੀ ਇਮੇਜ ਬਣਦੀ ਆ ਤੇ ਇਹਦਾ ਨੇਚਰ ਕੀ ਆ? ਰੀਅਲ ਐਂਡ ਇਨਵਰਟਡ। ਰੀਅਲ ਐਂਡ ਇਨਵਰਟਡ ਹੀ ਇਮੇਜ ਬਣ ਰਹੀ ਹੈ। ਠੀਕ ਹੈ। ਹੁਣ ਨੈਕਸਟ ਦੇਖਦੇ ਜਿਹੜਾ ਸਾਡਾ ਸਪੈਸ਼ਲ ਕੇਸ ਹੈ 6 ਨੰਬਰ ਕੇਸ ਹੈ ਉਹ ਇੱਧਰ ਆ ਜਾਂਦਾ ਹੈ। ਹੁਣ 6 ਨੰਬਰ ਕੇਸ ਦੇ ਵਿੱਚ ਕੀ ਆ? ਫੋਟੋ ਦਾ ਸਾਈਜ਼, ਹੁਣ ਆਬਜੈਕਟ ਦਾ ਸਾਈਜ਼ ਤਾਂ ਛੋਟਾ ਸੀ, ਹੁਣ ਫੋਟੋ ਦਾ ਸਾਈਜ਼ ਕੀ ਆ? ਲਾਰਜ ਆ। ਲਾਰਜ ਸਾਈਜ਼ ਆ, ਬਟ ਕੀ ਆ? ਵਰਚੁਅਲ ਐਂਡ ਡਾਇਰੈਕਟ।
ਵਰਚੁਅਲ ਐਂਡ ਇਰੈਕਟ। ਇਰੈਕਟ ਦਾ ਮਤਲਬ ਹੈਗਾ ਸਿੱਧੀ ਉੱਪਰਲੇ ਪਾਸੇ ਨੂੰ ਖੜੀ, ਪਹਿਲਾਂ ਇਨਵਰਟਡ ਸੀਗੀਆਂ ਨੀਚੇ ਵਾਲੇ ਪਾਸੇ ਨੂੰ ਸੀ, ਹੁਣ ਸਿੱਧੀ ਉੱਪਰਲੇ ਪਾਸੇ ਨੂੰ ਆ। ਹੁਣ ਸਿਰਫ ਇਹੀ ਕੇਸ ਆ ਕਨਕੇਵ ਮਿਰਰ ਦੇ ਵਿੱਚ ਜਿੱਥੇ ਫੋਟੋ ਸਾਡੀ ਲਾਰਜ ਵੀ ਬਣਦੀ ਆ, ਵਰਚੁਅਲ ਐਂਡ ਇਰੈਕਟ ਵੀ ਬਣਦੀ ਆ। ਠੀਕ ਹੈ, ਇਹੀ ਕੇਸ ਹੈ ਹੁਣ ਸਾਡਾ। ਕਈ ਵੇਲੇ ਇਹ ਕੁਐਸਚਨ ਵੀ ਆ ਜਾਂਦਾ ਕਿ ਉਹ ਕੇਸ ਕੰਸੀਡਰ ਕਰੋ, ਉਹ ਇਦਾਂ ਦਾ ਮਿਰਰ ਦੱਸੋ ਜਿੱਥੇ ਕੀ ਆ, ਉਹ ਮਿਰਰ ਦੱਸੋ ਜਿਹਦੇ ਵਿੱਚ ਕੀ ਆ ਫੋਟੋ ਵਰਚੁਅਲ ਵੀ ਹੋਵੇ, ਇਰੈਕਟ ਵੀ ਹੋਵੇ ਤੇ ਲਾਰਜ ਸਾਈਜ਼ ਦੀ ਵੀ ਹੋਵੇ, ਤਾਂ ਉਹ ਸਾਡਾ ਕਨਕੇਵ ਮਿਰਰ ਹੀ ਆ ਜਾਂਦਾ ਹੈ। ਸੋ ਹੁਣ ਦੇਖੋ, ਹੁਣ ਅਸੀਂ ਨੂਮੈਰੀਕਲ ਦੇਖਦੇ ਹਾਂ। ਇਹ ਸਾਰੇ ਦਾ ਸਕਰੀਨਸ਼ਾਟ ਲੈ ਲਿਓ ਜਾਂ ਆਪਣੀ ਨੋਟਬੁੱਕ ਦੇ ਵਿੱਚ ਤੁਸੀਂ ਨੋਟਸ ਵੀ ਬਣਾ ਸਕਦੇ ਆ। ਠੀਕ ਹੈ, ਸੋ ਹੁਣ ਦੇਖਦੇ ਹਾਂ ਨੈਕਸਟ ਇਹਦੀ ਸਟੇਟਮੈਂਟ ਦੇਖੋ ਕੀ ਆ। ਐਨ ਆਬਜੈਕਟ ਆਫ 0.04 ਮੀਟਰ ਹਾਈਟ, ਇੰਨੀ ਹਾਈਟ ਆ, ਪਲੇਸਡ ਐਟ ਡਿਸਟੈਂਸ ਆਫ 0.8 ਮੀਟਰ ਫਰੋਮ ਦਾ ਕਨਕੇਵ ਮਿਰਰ। ਕਨਕੇਵ ਮਿਰਰ ਹੈ, ਇੱਥੇ ਆਪਾਂ ਕਨਕੇਵ ਮਿਰਰ ਬਣਾ ਲੈਂਦੇ ਹਾਂ। ਪਹਿਲਾਂ ਡਾਇਗਰਾਮ ਬਣਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਠੀਕ ਹੈ, ਕਨਕੇਵ ਮਿਰਰ ਆ, ਪੋਲ ਆ। ਠੀਕ ਹੈ, ਇਹ ਹੈਗਾ ਇਹਦਾ ਰੇਡੀਅਸ, ਇਹਨੂੰ ਆਪਾਂ ਫੋਕਸ ਮੰਨ ਲੈਂਦੇ ਹਾਂ। ਤੇ ਹੁਣ ਦੇਖੋ ਕੀ ਆ, ਮਿਰਰ ਆਫ ਰੇਡੀਅਸ ਆਫ ਕਰਵੇਚਰ 0.4 ਮੀਟਰ ਆ। ਆਰ ਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ ਕਿੰਨੀ, 0.4 ਮੀਟਰ ਹੈਗੀ ਹੈ ਸਾਡੀ। ਤੇ ਪਹਿਲਾਂ ਕੀ ਸੀ, ਐਨ ਆਬਜੈਕਟ ਆਫ ਹਾਈਟ ਐਚ ਦਿੱਤੀ ਹੋਈ ਹੈ, ਆਬਜੈਕਟ ਦੀ ਹਾਈਟ ਕਿੰਨੀ ਹੈ 0.04 ਮੀਟਰ। ਠੀਕ ਹੈ, ਕੀ ਆ ਨੈਕਸਟ ਕੀ ਆ, ਪਲੇਸਡ ਐਟ ਅ ਡਿਸਟੈਂਸ ਆਫ 0.8 ਮੀਟਰ ਫਰੋਮ ਦਾ ਕਨਕੇਵ ਮਿਰਰ। ਪਲੇਸਡ ਐਟ ਡਿਸਟੈਂਸ ਯਾਨੀ ਕਿ ਆਬਜੈਕਟ ਦੀ ਦੂਰੀ ਦਿੱਤੀ ਹੋਈ ਹੈ ਕਿੰਨੀ, 0.8 ਮੀਟਰ ਇੰਨੀ ਦਿੱਤੀ ਹੋਈ ਹੈ। ਤੇ ਹੁਣ ਫਾਈਂਡ ਆਊਟ ਕੀ ਕਰਨਾ, ਫਾਈਂਡ ਆਊਟ ਦਾ ਪੋਜੀਸ਼ਨ ਯਾਨੀ ਕਿ V ਫਾਈਂਡ ਕਰਨੀ ਹੈ ਆਪਾਂ। ਨੇਚਰ ਐਂਡ ਸਾਈਜ਼ ਆਫ ਦਾ ਇਮੇਜ ਯਾਨੀ ਕਿ H ਡੈਸ਼ ਵੀ ਆਪਾਂ ਫਾਈਂਡ ਆਊਟ ਕਰਨਾ ਹੈ। ਠੀਕ ਹੈ, H ਡੈਸ਼ ਕੀ ਹੁੰਦੀ ਆ, ਇਮੇਜ ਦੀ ਹਾਈਟ ਜਿਹੜੀ ਆ ਉਹ ਆਪਾਂ ਫਾਈਂਡ ਆਊਟ ਕਰਨੀ ਹੈ। ਹੁਣ ਦੇਖੋ ਫਾਰਮੂਲਾ ਇਹਦੇ ਵਿੱਚ ਕਿਹੜਾ ਕਿਹੜਾ ਲੱਗਦਾ ਹੁੰਦਾ। ਫਾਰਮੂਲਾ ਯੂਜ਼ਡ ਜਿਹੜਾ ਆ ਉਹ ਇਹਦੇ ਵਿੱਚ ਲਿਖ ਦਿੰਦੇ ਆ ਕਿ ਸਾਡਾ ਮਿਰਰ ਦਾ ਫਾਰਮੂਲਾ ਮੈਂ ਪਹਿਲਾਂ 1/f = 1/u + 1/v। ਇਹ ਹੁੰਦਾ ਸਾਡਾ ਜਿਹੜਾ ਮਿਰਰ ਦਾ ਫਾਰਮੂਲਾ ਹੁੰਦਾ ਹੈ। ਤੇ ਮੈਗਨੀਫਿਕੇਸ਼ਨ ਦਾ ਫਾਰਮੂਲਾ ਸਾਡਾ ਬਣਦਾ ਆ H'/H। ਠੀਕ ਹੈ, ਤੇ ਇੱਕ ਹੋਰ ਫਾਰਮੂਲਾ ਹੁੰਦਾ, ਉਹ ਹੁੰਦਾ -v/u। ਇਹ ਸਾਰੇ ਫਾਰਮੂਲੇ ਇਹਦੇ ਵਿੱਚ ਲੱਗ ਜਾਣੇ ਆ। ਤੇ ਕਨਕੇਵ ਮਿਰਰ ਵਾਸਤੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ u, v, f, r ਇਹ ਸਾਰੀਆਂ ਹੀ ਵੈਲਿਊਜ਼ ਕੀ ਹੁੰਦੀਆਂ, ਨੈਗੇਟਿਵ ਆਪਾਂ ਲਈਦੀਆਂ। ਸਾਰੀਆਂ ਵੈਲਿਊਜ਼ ਨੈਗੇਟਿਵ ਹੀ ਹੁੰਦੀਆਂ ਕਨਕੇਵ ਮਿਰਰ ਦੇ ਵਾਸਤੇ। ਠੀਕ ਹੈ, ਸੋ ਹੁਣ ਦੇਖਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਜਿਹੜੀਆਂ ਮੀਟਰ ਵਿੱਚ ਸਾਨੂੰ ਕੈਲਕੂਲੇਸ਼ਨ ਦਿੱਤੀ ਹੋਆ ਨਾ, ਉਹਨੂੰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰ ਲਓ। ਤੇ ਸੈਂਟੀਮੀਟਰ ਦੇ ਵਿੱਚ ਕਿੰਨੀ ਹੋਣੀ ਹੈ, ਇਹਨੂੰ ਮਲਟੀਪਲਾਈ 100 ਨਾਲ ਕਰ ਦਿਓ। ਇਹ ਹੋ ਗਈ ਸਾਡੇ ਕੋਲ 4 ਸੈਂਟੀਮੀਟਰ, ਇਹ ਹੋ ਗਈ ਸਾਡੇ ਕੋਲ 40 ਸੈਂਟੀਮੀਟਰ, ਇਹ ਹੋ ਗਈ ਸਾਡੇ ਕੋਲ 80 ਸੈਂਟੀਮੀਟਰ। V ਦੀ ਵੈਲਿਊ ਆਪਾਂ ਫਾਈਂਡ ਆਊਟ ਕਰਨੀ ਹੈ, ਇਹ ਸਾਨੂੰ ਪਤਾ ਨਹੀਂ ਹੈਗੀ ਹਲੇ। H ਡੈਸ਼ ਦੀ ਵੈਲਿਊ ਵੀ ਅਸੀਂ ਫਾਈਂਡ ਆਊਟ ਕਰਨੀ ਹੈ। ਬਟ ਇਹ ਦੇਖੋ ਮੇਰੇ ਦੋਸਤੋ ਵੀ ਸਾਰੀਆਂ ਦੀਆਂ ਸਾਰੀਆਂ ਵੈਲਿਊਜ਼ ਜਿਹੜੀਆਂ ਇਹ ਨੈਗੇਟਿਵ ਹੀ ਹੋਣੀਆਂ, ਸਿਰਫ H ਨੂੰ ਛੱਡ ਕੇ। ਕਨਕੇਵ ਮਿਰਰ ਦੀ ਇਹੀ ਪ੍ਰੋਪਰਟੀ ਹੁੰਦੀ ਹੈ। ਸੋ ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ V ਫਾਈਂਡ ਆਊਟ ਕਰਦੇ ਹਾਂ। ਇੱਥੇ ਇਸ ਕਰਕੇ ਸਾਰੀਆਂ ਦੇ ਮੂਹਰੇ ਨੈਗੇਟਿਵ ਹੀ ਲਿਖ ਲਓ। ਇਹ ਜਿਹੜੀ ਹੁਣ ਇੱਥੋਂ R ਤੋਂ ਅਸੀਂ F ਫਾਈਂਡ ਆਊਟ ਕਰ ਲੈਂਦੇ। ਪਹਿਲਾਂ ਸਾਨੂੰ ਪਤਾ ਵੀ ਰੇਡੀਅਸ ਕਿੰਨਾ ਆ, ਉਹ ਹੈਗਾ 40 ਸੈਂਟੀਮੀਟਰ। ਇਹਦਾ ਮੰਨ ਲਓ ਜਿਹੜਾ ਫੋਕਸ ਆ ਉਹ ਹਾਫ ਹੁੰਦਾ ਇਹਦਾ, ਤਾਂ ਇਹ 20 ਸੈਂਟੀਮੀਟਰ ਹੀ ਹੋਊਗਾ। ਇਹ ਵੀ ਸਾਰੀਆਂ ਨੈਗੇਟਿਵ ਹੀ ਵੈਲਿਊ ਆਪਾਂ ਦੇਖ ਲੈਂਦੇ, ਲਿਖ ਲੈਂਦੇ ਇੱਥੇ। ਸੋ ਹੁਣ ਦੇਖੋ ਫਾਰਮੂਲਾ ਲਾ ਲਓ, 1/f = 1/u + 1/v। 1/v ਅਸੀਂ ਕੈਲਕੂਲੇਟ ਕਰਨੀ ਹੈ V ਦੀ ਵੈਲਿਊ। ਬਾਕੀ ਸਾਰੀਆਂ ਚੀਜ਼ਾਂ ਦੂਜੇ ਪਾਸੇ ਲੈ ਜਾਓ। V = ਕੀ ਆ ਗਿਆ, 1/f - 1/u। ਇੱਥੇ ਹੁਣ ਵੈਲਿਊ ਪੁੱਟ ਕਰ ਦੇਣੀ। 1/f ਦੀ ਵੈਲਿਊ ਕਿੰਨੀ ਆ, ਇਹ ਹੈਗੀ ਆ -20 - 1/u ਦੀ ਵੈਲਿਊ ਕਿੰਨੀ ਆ, u ਦੀ ਵੈਲਿਊ ਹੈਗੀ ਆ -80। ਠੀਕ ਹੈ, ਇਸ ਤਰੀਕੇ ਦੇ ਨਾਲ ਹੁਣ ਕੀ ਕਰੋ, LCM ਲੈ ਲਓ। 80 ਹੋ ਗਿਆ ਤੇ ਇਹਦਾ ਹੋ ਗਿਆ ਆਪਣੇ ਕੋਲ -4, ਤੇ ਆ ਮਾਈਨਸ ਨਾਲ ਮਾਈਨਸ ਇੱਥੇ ਪਲੱਸ ਹੋ ਜਾਣਾ, ਤੇ +1 = 3/80। ਤੇ V ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ, 80/3 ਮਾਈਨਸ ਦਾ। ਤੇ ਜਦੋਂ ਅਸੀਂ ਇਹਨਾਂ ਨੂੰ ਕੈਂਸਲ ਆਊਟ ਕਰਾਂਗੇ ਤਾਂ ਕੈਂਸਲ ਆਊਟ ਕਰਨ ਦੇ ਨਾਲ ਸਾਡੇ ਕੋਲ V ਦੀ ਵੈਲਿਊ ਕਿੰਨੀ ਆ ਜਾਂਦੀ ਹੈ, -6.7 ਸੈਂਟੀਮੀਟਰ। ਹਾਂਜੀ, V ਦੀ ਵੈਲਿਊ ਸਾਡੇ ਕੋਲ ਮਾਈਨਸ ਹੀ ਹੋਣੀ ਚਾਹੀਦੀ ਸੀ। ਇਹ ਆ ਗਿਆ ਆਪਣੇ ਕੋਲ -206.7 ਸੈਂਟੀਮੀਟਰ। ਇਹ ਇੰਨੀ ਵੈਲਿਊ ਸਾਡੇ ਕੋਲ ਆ ਜਾਂਦੀ ਹੈ। ਠੀਕ ਹੈ,
ਸੋ ਹੁਣ ਦੇਖੋ ਨੈਕਸਟ ਕੀ ਆ, v ਦੀ ਵੈਲਿਊ ਸਾਡੇ ਕੋਲ ਆ ਗਈ ਆ, ਤਾਂ ਅਸੀਂ ਹੁਣ ਕੀ ਕਰਨੀ ਹੈ, h ਡੈਸ਼ ਦੀ ਵੈਲਿਊ ਕੈਲਕੂਲੇਟ ਕਰਨੀ ਹੈ। ਇੱਧਰ ਫਾਰਮੂਲਾ ਦੇਖ ਲਓ ਹੁਣ ਕੀ ਆ। ਹੁਣ m ਤਾਂ ਸਾਨੂੰ ਗਿਵਨ ਹੀ ਇਸ ਕਰਕੇ ਇਹਨੂੰ ਹਟਾ ਦਿਓ, ਇਹਨਾਂ ਦੋਨਾਂ ਚੀਜ਼ਾਂ ਨੂੰ ਇਕੁਏਟ ਕਰਨਾ ਅਸੀਂ -v/u ਦੇ। ਹੁਣ v ਦੀ ਵੈਲਿਊ ਸਾਨੂੰ ਅਸੀਂ ਕੈਲਕੂਲੇਟ ਕਰ ਲਈ ਆ, u ਦੀ ਵੈਲਿਊ ਸਾਡੇ ਕੋਲ ਆਲਰੇਡੀ ਹੈਗੀ ਆ, u ਦੀ ਵੈਲਿਊ ਸਾਨੂੰ ਗਿਵਨ ਆ, ਠੀਕ ਹੈ, ਤੇ h ਦੀ ਵੈਲਿਊ ਵੀ ਸਾਨੂੰ ਗਿਵਨ ਆ 4 ਸੈਂਟੀਮੀਟਰ, ਤਾਂ ਅਸੀਂ h ਡੈਸ਼ ਦੀ ਵੈਲਿਊ ਕੈਲਕੂਲੇਟ ਕਰ ਲੈਣੀ ਹੈ। ਸੋ ਇਹ ਦੇਖ ਲਓ ਕੀ ਬਣ ਰਹੀ ਹੈ, h ਡੈਸ਼ ਓਵਰ h ਇਜ਼ ਇਕੁਅਲ ਟੂ -v/u, ਆਹੀ ਫਾਰਮੂਲਾ ਸੇਮ, ਠੀਕ ਹੈ, ਤੇ h ਡੈਸ਼ ਇਜ਼ ਇਕੁਅਲ ਟੂ ਕੀ ਹੋ ਗਿਆ, -v/u ਮਲਟੀਪਲਾਈ h। ਹੁਣ ਦੇਖੋ ਸਾਰਿਆਂ ਦੀਆਂ ਵੈਲਿਊਜ਼ ਪੁੱਟ ਕਰੋ, ਇਹਦੀ v ਦੀ ਵੈਲਿਊ ਕਿੰਨੀ ਸੀ, -26.7 ਡਿਵਾਈਡ ਬਾਈ u ਦੀ ਵੈਲਿਊ ਕਿੰਨੀ ਸੀ, -80, h ਦੀ ਵੈਲਿਊ ਕਿੰਨੀ ਆ, ਇਕੱਲਾ ਹੀ 4, ਠੀਕ ਹੈ। ਇਹ ਹੁਣ ਮਾਈਨਸ ਨਾ ਮਾਈਨਸ ਆਹ ਵਾਲੀ ਕੈਂਸਲ ਕਰ ਦਿਓ। ਸੋ ਹੁਣ ਇੱਥੇ ਕੀ ਆ ਗਿਆ ਆਪਣੇ ਕੋਲ, ਇਹ 20 ਆ ਗਿਆ, -26.7 ਡਿਵਾਈਡ ਬਾਈ 20, ਇਹ ਹਟਾ ਕੇ ਆਪਣੇ ਕੋਲ ਕਿੰਨਾ ਇਹਦਾ ਆਂਸਰ, ਸਾਡੇ ਕੋਲ ਹੁਣ ਆਂਸਰ ਆ ਗਿਆ ਇਹਦਾ ਮਾਈਨਸ ਸੈਂਟੀਮੀਟਰ, ਹਾਂਜੀ, h ਡੈਸ਼ ਦੀ ਸਾਡੇ ਕੋਲ ਵੈਲਿਊ ਆ ਗਈ ਆ -1.34 ਸੈਂਟੀਮੀਟਰ। ਹੁਣ ਦੇਖੋ ਇਹਦਾ ਕੀ ਫਾਈਂਡ ਆਊਟ ਆਪਾਂ ਕਰ ਲਿਆ, ਅਸੀਂ ਫਾਈਂਡ ਆਊਟ ਕਰ ਲਿਆ ਸਾਈਜ਼ ਆਫ ਦਾ ਇਮੇਜ, ਪੋਜੀਸ਼ਨ ਜਾਨੀ ਕਿ v ਫਾਈਂਡ ਕਰਨੀ ਸੀ, ਸਾਈਜ਼ ਹੈਗਾ ਸਾਡੇ ਕੋਲ h ਡੈਸ਼, ਇਹ ਦੋ ਹੀ ਚੀਜ਼ਾਂ ਫਾਈਂਡ ਆਊਟ ਕਰ ਲਿਆ। ਇਮੇਜ ਫਾਰਮੇਸ਼ਨ ਦਾ ਨੇਚਰ ਹੁਣ ਦੇਖਣਾ ਕੀ ਆ ਅਸੀਂ। ਹੁਣ ਦੇਖੋ ਇਹਦੇ ਵਿੱਚ ਕੀ ਆ, ਜੋ ਸਿੰਪਲ ਤਰੀਕੇ ਦੇ ਨਾਲ ਵੀ ਆਪਾਂ ਨੇਚਰ ਕੈਲਕੂਲੇਟ ਕਰ ਸਕਦੇ ਸੀ। ਤੇ ਇਹਦਾ u ਦੀ ਵੈਲਿਊ ਕਿੰਨੀ ਸੀ, r ਦੀ ਵੈਲਿਊ ਸੀਗੀ ਸਾਡੇ ਕੋਲ 40, f ਦੀ ਵੈਲਿਊ ਸੀਗੀ 20, u ਦੀ ਵੈਲਿਊ ਕਿੰਨੀ ਸੀਗੀ ਸਾਡੇ ਕੋਲ, ਇੱਥੇ ਆਬਜੈਕਟ ਪਿਆ 4 ਸੈਂਟੀਮੀਟਰ ਦਾ, ਇਹਦੀ 80 ਵੈਲਿਊ ਸੀ। ਹੁਣ ਦੇਖੋ ਇਹ ਆਬਜੈਕਟ ਬਿਯੋਂਡ ਸੈਂਟਰ ਦੇ ਉੱਤੇ ਪਿਆ, ਸਾਨੂੰ ਪਤਾ ਫਿਰ ਸੈਂਟਰ ਤੋਂ ਦੂਜੇ ਪਾਸੇ ਪਿਆ। ਬਟ ਓਬਵੀਅਸ ਆ ਕਿ ਇਹਦੀ ਫੋਟੋ ਜਿਹੜੀ ਆ ਨਾ 4 ਨੰਬਰ ਕੇਸ ਦੇ ਵਿੱਚ ਪਿੱਛੇ ਜਾ ਕੇ ਦੇਖਿਓ ਕਿ ਇਹਦੀ ਫੋਟੋ ਜਿਹੜੀ ਆ ਉਹ ਸੈਂਟਰ ਐਂਡ ਫੋਕਸ ਦੇ ਵਿਚਕਾਰ ਹੀ ਬਣਨੀ ਚਾਹੀਦੀ ਸੀ, ਉਹ ਵੀ 4 ਸੈਂਟੀਮੀਟਰ ਤੋਂ ਛੋਟੀ। ਇਹੀ ਗੱਲ ਹੋਈ ਆ ਸਾਡੇ ਕੋਲ। v ਦੀ ਵੈਲਿਊ ਕਿੰਨੀ ਆ, 26.7, ਯਾਨੀ ਕਿ 26.7 ਜਿਹੜਾ ਆ ਉਹ 20 ਐਂਡ 40 ਦੇ ਵਿੱਚ ਹੀ ਆਊਗਾ, ਠੀਕ ਹੈ। ਇਸ ਕਰਕੇ ਇਹਦੀ ਵੈਲਿਊ ਬਿਲਕੁਲ ਸਹੀ ਆਈ ਹੈ, ਇੱਥੇ ਆਈ ਹੈ v ਦੀ ਵੈਲਿਊ ਜਿਹੜੀ ਆ, ਠੀਕ ਹੈ, ਆਹ v ਆਈ ਆ ਸਾਡੇ ਕੋਲ, ਉਹ ਵੀ ਮਾਈਨਸ ਦੀ। ਤੇ ਦੂਜੀ ਗੱਲ ਕੀ, ਸਾਡੇ ਕੋਲ h ਡੈਸ਼ ਦੀ ਵੈਲਿਊ ਇਹ ਵੀ ਮਾਈਨਸ ਦੇ ਵਿੱਚ ਆਈ ਆ, ਯਾਨੀ ਕਿ 1.34 ਆਈ ਆ, 1.34 ਹੁਣ ਆਈ ਹੈ, ਇਹ ਵੀ ਨੀਚੇ ਵਾਲੇ ਪਾਸੇ ਨੂੰ ਆ, ਇਨਵਰਟਡ। ਹੁਣ ਦੇਖੋ ਸਾਡਾ ਨੇਚਰ ਕੀ ਬਣਦਾ, ਮਾਈਨਸ ਦਾ ਮਤਲਬ ਹੈਗਾ ਨੀਚੇ ਵਾਲੇ ਪਾਸੇ ਨੂੰ, ਇਨਵਰਟਡ। ਹੁਣ ਸਾਡੇ ਕੋਲ ਆਬਜੈਕਟ ਕੀ ਆ, 4 ਨੰਬਰ ਕੇਸ ਦੇ ਵਿੱਚ ਤੁਸੀਂ ਦੇਖ ਲਿਓ ਕੀ ਸਾਡੇ ਕੋਲ ਇਮੇਜ ਦੀ ਸੀਗੀ, ਇਹਦਾ ਨੇਚਰ ਸੀਗਾ ਰੀਅਲ ਐਂਡ ਇਨਵਰਟਡ, ਠੀਕ ਹੈ ਜੀ। ਰੀਅਲ ਐਂਡ ਇਨਵਰਟਡ ਆਇਆ ਸਾਡੇ ਕੋਲ, ਜਿਹੜੀ ਆ ਉਹਦੀ ਪੋਜੀਸ਼ਨ ਸਾਡੇ ਕੋਲ ਆ ਗਈ ਸੀ। ਪਹਿਲਾਂ v ਕੈਲਕੂਲੇਟ ਕਰ ਲਈ ਸੀ, h ਡੈਸ਼ ਅਸੀਂ ਕਰ ਲਿਆ, ਉਹਦਾ ਸਾਈਜ਼ ਕੈਲਕੂਲੇਟ ਕਰ ਲਿਆ, ਐਂਡ ਨੇਚਰ ਕੀ ਸਾਡੇ ਕੋਲ ਆਇਆ, ਰੀਅਲ ਐਂਡ ਇਨਵਰਟਡ ਆਇਆ ਇਹਦਾ, ਠੀਕ ਹੈ। ਇਸ ਤਰੀਕੇ ਦੇ ਤੁਹਾਨੂੰ ਨੂਮੈਰੀਕਲ ਜਿਹੜੇ ਆ ਉਹ ਪੁੱਛੇ ਜਾਂਦੇ। ਇਹਦਾ ਬਹੁਤ ਕਾਫੀ ਈਜ਼ੀ ਜਿਹਾ ਸੀਗਾ, ਤੇ ਜਿਹੜੇ ਟਫ ਇਹ ਤੋਂ ਜ਼ਿਆਦਾ ਜਿਹੜੇ ਆ ਉਹ ਟਫ ਵੀ ਪੁੱਛੇ ਜਾਂਦੇ ਆ ਨੂਮੈਰੀਕਲ, ਬਟ ਇਸ ਤਰੀਕੇ ਦੇ ਪੁੱਛੇ ਜ਼ਰੂਰ ਜਾਂਦੇ, ਚਾਹੇ 1 ਨੰਬਰ 'ਚ ਹੋਣ, ਚਾਹੇ 2 ਦੇ ਵਿੱਚ ਆ ਜਾਣ, ਚਾਹੇ 3 ਨੰਬਰ ਦੇ ਵਿੱਚ ਆ ਜਾਣ, ਆਉਂਦੇ ਜ਼ਰੂਰ ਆ, ਠੀਕ ਹੈ। ਸੋ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC, ਇਹਨੂੰ ਸਬਸਕ੍ਰਾਈਬ ਕਰੋ, ਇਹਨੂੰ ਵੀਡੀਓਜ਼ ਨੂੰ ਲਾਈਕ ਕਰੋ, ਤੇ ਜੇ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ ਤਾਂ ਸਾਨੂੰ ਕਮੈਂਟ ਕਰਕੇ ਪੁੱਛੋ, ਠੀਕ ਹੈ, ਕੁਐਸਚਨ। ਥੈਂਕ ਯੂ।